हेलो एवरीवन, हाउ आर यू ऑल। सो जिमें कि ਆਪਾਂ ਨੂੰ ਪਤਾ ਹੈ ਪੀਪੀਐਸਸੀ ਨੇ ਕੋਆਪਰੇਟਿਵ ਇੰਸਪੈਕਟਰ ਦੀ 320 ਪੋਸਟ ਕੱਢੀਆਂ ਹੋਈਆਂ ਨੇ। ਸੋ ਅੱਜ ਇਹ ਪੋਸਟ ਦੇ ਲਈ ਆਨਲਾਈਨ ਕੋਰਸ ਹੈ ਜਿਹੜਾ ਉਹ ਲਾਂਚ ਹੋਣ ਜਾ ਰਿਹਾ ਹੈ। ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਐਵੇਂ ਲੱਗਦਾ ਹੈ ਕਿ ਪੀਪੀਐਸਸੀ ਵਾਲੇ ਪੇਪਰ ਤਾਂ ਕੱਢਦੇ ਰਹਿੰਦੇ ਆ ਬਟ ਐਗਜ਼ਾਮ ਲੈਂਦੇ ਨਹੀਂ ਹੈਗੇ, ਕਿਉਂਕਿ ਅਗਰ ਆਪਾਂ ਦੇਖੀਏ ਹਜੇ ਤੱਕ ਇਹਦੀ ਐਗਜ਼ਾਮ ਡੇਟ ਨਹੀਂ ਆਈ ਕਿ ਕਦੋਂ ਇਹ ਪੇਪਰ ਹੋ ਸਕਦਾ ਹੈ। ਈਵਨ ਨੈਬ ਤਹਿਸੀਲਦਾਰ ਦੀ ਕਾਫੀ ਪਹਿਲਾਂ ਨਿਕਲੀ ਸੀ, ਉਹਦੀ ਵੀ ਐਗਜ਼ਾਮ ਡੇਟ ਨਹੀਂ ਆਈ। ਸੋ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ, ਦੇਖੋ ਤੁਹਾਨੂੰ ਬਿਲਕੁਲ ਵੀ ਨੈਗੇਟਿਵ ਹੋਣ ਦੀ ਜ਼ਰੂਰਤ ਨਹੀਂ ਹੈਗੀ ਕਿ ਕਦੋਂ ਪੀਪੀਐਸਸੀ ਪੇਪਰ ਕੰਡਕਟ ਕਰੂ। ਤੁਹਾਡਾ ਕੰਮ ਹੈ ਪੇਪਰ ਦੀ ਤਿਆਰੀ ਕਰਨਾ। ਪੇਪਰ ਜਦੋਂ ਕੰਡਕਟ ਕਰਦੇ ਆ ਨਾਲ ਦੇ ਨਾਲ ਨੋਟੀਫਿਕੇਸ਼ਨ ਆ ਜਾਂਦੀ ਹੈ, ਪਤਾ ਵੀ ਨਹੀਂ ਲੱਗਦਾ ਤੇ ਉਸ ਟਾਈਮ ਤੇ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਤਿਆਰੀ ਕਰੀਏ। ਸੋ ਇਹ ਤੁਹਾਡੇ ਕੋਲ ਇੱਕ ਗੋਲਡਨ ਓਪਰਚੁਨਿਟੀ ਹੈ। ਆਪਣਾ ਮੇਨ ਟਾਰਗੇਟ ਹੈਗਾ ਪੇਪਰ ਕ੍ਰੈਕ ਕਰਨਾ, ਨਾ ਕਿ ਇਹ ਸੋਚਣਾ ਕਿ ਕਦੋਂ ਪੇਪਰ ਕੰਡਕਟ ਹੋਊਗਾ। ਓਕੇ, ਸੋ ਤੁਹਾਡੇ ਕੋਲ ਇਨਫ ਟਾਈਮ ਹੈ। ਇਨਫ ਟਾਈਮ ਦੇ ਵਿੱਚ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰ ਪਾਓਗੇ ਤੇ ਮੈਕਸਿਮਮ ਟਾਈਮ ਰਿਵਾਈਜ਼ ਕਰ ਪਾਓਗੇ ਜਿਹੜਾ ਵੀ ਸਿਲੇਬਸ ਹੈ। ਦੇਖੋ ਪੀਪੀਐਸਸੀ ਦਾ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਐਗਜ਼ਾਮ ਹੈ ਉਹਦੇ ਵਿੱਚ ਯੂਪੀਐਸਸੀ ਲੈਵਲ ਦੇ ਵੀ ਕੁਐਸਚਨਸ ਪੁੱਛੇ ਜਾਂਦੇ ਆ। ਓਕੇ, ਸੋ ਜਿੰਨਾ ਟਾਈਮ ਹੈ ਉਹਨੂੰ ਤੁਸੀਂ ਅੱਛੇ ਤਰੀਕੇ ਨਾਲ ਯੂਟਿਲਾਈਜ਼ ਕਰੋ। ਇਹ ਸੋਚ ਕੇ ਉਹਨੂੰ ਨਾ ਗਵਾਓ ਕਿ ਪੇਪਰ ਕਦੋਂ ਕੰਡਕਟ ਹੋਊਗਾ। ਬਹੁਤ ਸਾਰੇ ਐਸੇ ਕੈਂਡੀਡੇਟਸ ਹੈ ਜੋ ਇਹ ਨਹੀਂ ਸੋਚਦੇ ਕਿ ਪੇਪਰ ਕਦੋਂ ਹੋਊਗਾ ਤੇ ਆਪਣੀ ਤਿਆਰੀ ਦੇ ਵਿੱਚ ਲੱਗ ਜਾਂਦੇ ਆ। ਸੋ ਤੁਸੀਂ ਵੀ ਐਵੇਂ ਹੀ ਕਰਨਾ ਹੈ, ਤਾਂ ਹੀ ਤੁਸੀਂ ਇਹਦੇ ਵਿੱਚ ਸਕਸੈਸ ਹਾਸਿਲ ਕਰ ਪਾਓਗੇ। ਸੋ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜਾ ਪੀਪੀਐਸਸੀ ਦਾ ਆਨਲਾਈਨ ਕੋਰਸ ਹੈ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੇ ਲਈ, ਉਹਦੇ ਵਿੱਚ ਕੀ ਕੀ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਅਗਰ ਆਪਾਂ ਗੱਲ ਕਰੀਏ ਨੋਟੀਫਿਕੇਸ਼ਨ ਦੀ, ਤਾਂ ਨੋਟੀਫਿਕੇਸ਼ਨ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਸਟਰਕਚਰ ਦਿੱਤਾ ਹੋਇਆ। ਉਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਆਪਣੇ ਕੋਲ ਬੇਸਿਕਲੀ 2 ਪਾਰਟਸ ਨੇ। ਇੱਕ ਪਾਰਟ ਹੈਗਾ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦਾ, ਤੇ ਸੈਕਿੰਡ ਪਾਰਟ ਜਿਹੜਾ ਹੈਗਾ ਉਹ ਹੈਗਾ ਜੀਕੇ ਦਾ। ਓਕੇ, ਤੇ ਅਗਰ ਤੁਸੀਂ ਦੇਖੋਗੇ ਤਾਂ ਤੁਹਾਡੇ ਕੋਲ ਟੋਟਲ 120 ਕੁਐਸਚਨਸ ਆਣੇ ਆ ਤੇ ਉਹ 120 ਕੁਐਸਚਨਸ ਨੂੰ ਵੀ ਉਹਨਾਂ ਨੇ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ, 40 ਤੇ 80। ਅਗਰ ਆਪਾਂ ਦੇਖੀਏ 40 ਕੁਐਸਚਨਸ ਆਣੇ ਆ ਰੀਜ਼ਨਿੰਗ, ਦੈਟ ਇਜ਼ ਰੀਜ਼ਨਿੰਗ ਤੇ ਮੈਥਸ ਦੋਨੋਂ ਹੁੰਦੇ ਉਹਦੇ ਵਿੱਚ, ਤੇ 80 ਕੁਐਸਚਨਸ ਆਣੇ ਆ ਜੀਕੇ ਦੇ। ਉਹਦੇ ਵਿੱਚ ਕਰੰਟ ਅਫੇਅਰ ਆ ਗਿਆ ਤੇ ਬਾਕੀ ਸਾਰਾ ਸਟੈਟਿਕ ਪਾਰਟ ਆ ਗਿਆ ਜੀਕੇ ਦਾ। ਓਕੇ, ਸੋ ਉਸ ਤੋਂ ਬਾਅਦ ਕੁਝ ਹੋਰ ਬੇਸਿਕ ਡਿਟੇਲਸ ਨੇ ਕਿ ਇਹਦੇ ਵਿੱਚ ਜਿਹੜੇ ਨੰਬਰ ਆਫ ਕੁਐਸਚਨਸ ਆਣਗੇ ਉਹ 120 ਆਣਗੇ ਤੇ ਹਰ ਕੁਐਸਚਨ ਹੋਊਗਾ 4 ਮਾਰਕ ਦਾ। ਠੀਕ ਹੈ, ਤੇ ਨੈਗੇਟਿਵ ਮਾਰਕਿੰਗ ਵੀ ਇਸ ਵਾਰ ਪੀਪੀਐਸਸੀ ਨੇ ਸਰਪ੍ਰਾਈਜ਼ ਦਿੱਤਾ ਹੈ। ਪਹਿਲੀ ਵਾਰ ਹੋ ਰਿਹਾ ਕਿ ਨੈਗੇਟਿਵ ਮਾਰਕਿੰਗ ਹੈ। ਸੋ ਨੈਗੇਟਿਵ ਮਾਰਕਿੰਗ ਕਿੰਨੀ ਹੈ? -1 ਮਾਰਕ ਹੈ ਜਿਹੜਾ ਤੁਹਾਡਾ ਡਿਡਕਟ ਕੀਤਾ ਜਾਊਗਾ। ਕਾਫੀ ਸਾਰੇ ਸਟੂਡੈਂਟਸ ਨੂੰ ਇਹ ਵੀ ਕਨਫਿਊਜ਼ਨ ਹੁੰਦੀ ਹੈ ਕਿ ਨੈਗੇਟਿਵ ਮਾਰਕਿੰਗ ਕਿਵੇਂ ਹੁੰਦੀ ਹੈ। ਸੋ ਦੇਖੋ, ਅਗਰ ਆਪਾਂ ਉਂਝ ਲੇਮੈਨ ਟਰਮ ਚ ਗੱਲ ਕਰੀਏ ਤਾਂ ਕੀ ਹੁੰਦਾ, ਜਿਵੇਂ ਜਿੰਨੇ ਵੀ ਤੁਹਾਡੇ ਮਾਰਕਸ ਬਣੇ ਪੇਪਰ ਦੇ ਵਿੱਚ, ਠੀਕ ਹੈ, ਸਪੋਜ਼ ਕਰੋ ਤੁਹਾਡੇ 200 ਮਾਰਕਸ ਬਣ ਗਏ ਤੇ ਤੁਹਾਡੇ ਜਿਹੜੇ ਕੁਐਸਚਨਸ ਗਲਤ ਹੋ ਗਏ, ਮੀਨਸ ਤੁਹਾਡੇ ਨੈਗੇਟਿਵ ਮਾਰਕਸ ਜਿਹੜੇ ਨੇ ਸਪੋਜ਼ ਕਰ ਲਓ 10 ਨੇ, ਤਾਂ ਕੀ ਹੋਊਗਾ ਉਹ 200 ਦੇ ਵਿੱਚੋਂ 10 ਮਾਈਨਸ ਕਰ ਦੇਣਗੇ ਉਹ। ਠੀਕ ਹੈ, 4 ਨੰਬਰ ਤਾਂ ਜਾਣਗੇ ਹੀ, ਨਾਲ 10 ਵੀ ਐਕਸਟਰਾ ਜਾਣਗੇ। ਸੋ ਇਹ ਹੁੰਦੀ ਹੈ ਨੈਗੇਟਿਵ ਮਾਰਕਿੰਗ। ਓਕੇ, ਉਸ ਤੋਂ ਇਲਾਵਾ ਸੋ ਦੇਖੋ, ਅਗਰ ਤੁਸੀਂ ਆਫੀਸ਼ੀਅਲ ਨੋਟੀਫਿਕੇਸ਼ਨ ਦੇਖੋਗੇ ਤਾਂ ਉਹਦੇ ਵਿੱਚ ਆ ਪੂਰਾ ਸਿਲੇਬਸ ਹੈ ਜਿਹੜਾ ਇਸ ਤਰੀਕੇ ਨਾਲ ਲਿਖਿਆ ਹੋਇਆ ਹੈ। ਓਕੇ, ਹੁਣ ਇੱਥੇ ਤੁਹਾਨੂੰ ਮੈਂ ਕੁਝ ਇੰਪੋਰਟੈਂਟ ਪੁਆਇੰਟਸ ਦੱਸਣਾ ਚਾਹੁੰਦੀ ਹਾਂ ਤੇ ਉਸ ਤੋਂ ਬਾਅਦ ਆਪਾਂ ਡਿਟੇਲ 'ਚ ਵੀ ਦੇਖਾਂਗੇ ਤੇ ਇਹ ਵੀ ਦੇਖਾਂਗੇ ਕਿ ਕੋਰਸ ਦੇ ਵਿੱਚ ਕੀ ਕੀ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ। ਹੁਣ ਦੇਖੋ, ਇਹਦੇ ਵਿੱਚ ਜਸਟ ਉਹਨਾਂ ਨੇ ਲਿਖਤਾ ਜਨਰਲ ਨੌਲੇਜ ਐਂਡ ਕਰੰਟ ਅਫੇਅਰ ਤੇ ਸੈਕਿੰਡ ਲਿਖਤਾ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ। ਕਾਫੀ ਸਾਰੇ ਸਟੂਡੈਂਟਸ ਨੂੰ ਤਾਂ ਇਹੀ ਕਨਫਿਊਜ਼ਨ ਹੈ ਕਿ ਇਹ ਕਰੰਟ ਅਫੇਅਰਸ ਹੀ ਆਣੇ ਆ ਇਕੱਲੇ, ਸਟੈਟਿਕ ਪਾਰਟ ਆਣਾ ਹੀ ਨਹੀਂ ਹੈ, ਬਟ ਐਸਾ ਕੁਝ ਨਹੀਂ ਹੈ। डिटेल में तुम दसूंगी कि आप की चीज़ा कवर करांगे। ओके, सो एक बार थोड़ा सा बेसिक दसना चाहनी हूँ तुहानूं मैं। वैसे स्ट्रैटेजी वाली वीडियो पूरा डिस्कस किया होया, अगर तुसीं स्ट्रैटेजी देखना चाहते हो एग्जाम की, वो भी देख सकते हो। सो देखो, ਇਹਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਇਹ ਦੱਸਣਾ ਚਾਹਨੀ ਹੈ ਕਿ ਜਨਰਲ ਨੌਲੇਜ ਐਂਡ ਕਰੰਟ ਅਫੇਅਰ ਦੇ ਵਿੱਚ ਤੁਸੀਂ ਸਟੈਟਿਕ ਪਾਰਟ ਵੀ ਕਰਨਾ ਹੈ ਕਵਰ, ਤੇ ਨਾਲ ਜੀਕੇ ਦੇ ਵਿੱਚ ਤੁਸੀਂ ਕਰੰਟ ਪਾर्ट भी करना है। ठीक है, दोनों पार्ट इंपॉर्टेंट है, तो उन्हें कुछ भी छड़ना नहीं हैगा। ते इस तो इलावा लॉजिकल रीजनिंग मैंटल एबिलिटी दे विच थोड़ा मैथ्स भी आऊगा प्लस रीजनिंग भी आऊगी। ठीक है, सो हुण आपां कोर्स बारे डिटेल च डिस्कस करते हैं कि इहदे विच की चीज़ां प्रोवाइड कीतियां जाणगियां। सब तो पहला ते सब तो इंपॉर्टेंट पॉइंट, जिहड़ा कोर्स है वो एग्जाम ओरिएंटेड होगा।
ठीक है, मतलब कि ਇਹਦੇ ਵਿੱਚ ਜਿੰਨਾ ਵੀ ਸਿਲੇਬਸ ਤੁਹਾਡਾ ਮੈਂਸ਼ਨ ਕੀਤਾ ਹੋਇਆ ਹੈ ਉਹ ਸਾਰਾ ਕਵਰ ਕੀਤਾ ਜਾਊਗਾ। ਓਕੇ, ਸੋ ਤੁਹਾਨੂੰ ਕਿਤੋਂ ਵੀ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ ਪਊਗੀ। ਕੋਰਸ ਦੇ ਵਿੱਚ ਜੋ ਕਰਵਾਇਆ ਜਾਇਆ ਉਹੀ ਤੁਸੀਂ ਅਗਰ ਅੱਛੇ ਤਰੀਕੇ ਨਾਲ ਕਰ ਲਓਗੇ ਤਾਂ ਦੈਟਸ ਇਟ, ਤੁਸੀਂ ਆਰਾਮ ਨਾਲ ਪੇਪਰ ਕਰੈਕ ਕਰ ਸਕਦੇ ਹੋ। ਓਕੇ, ਉਹ ਤੋਂ ਬਾਅਦ ਇਹ ਕੋਰਸ ਦੇ ਵਿੱਚ ਤੁਹਾਨੂੰ ਕੀ ਕੁਝ ਪ੍ਰੋਵਾਈਡ ਕੀਤਾ ਜਾਊਗਾ। ਦੇਖੋ ਇਹਦੇ ਵਿੱਚ ਡੇਲੀ ਬੇਸਿਸ ਤੇ ਤੁਹਾਨੂੰ 2 ਲੈਕਚਰਸ ਮਿਲਣਗੇ। ਬੇਸਿਕਲੀ ਤੁਹਾਡੀ ਈਮੇਲ ਆਈਡੀ ਦੇ ਉੱਪਰ ਲੈਕਚਰਸ ਆ ਜਿਹੜੇ ਉਹ ਆਣਗੇ। ओके, ईमेल आऊगी ਤੁਹਾਨੂੰ ਜਿਵੇਂ ਇਹਦੇ ਵਿੱਚ ਇੱਕ ਲੈਕਚਰ ਤੁਹਾਨੂੰ 11 ਵਜੇ ਮਿਲੂਗਾ ਤੇ ਸੈਕੰਡ ਲੈਕਚਰ ਜਿਹੜਾ ਹੈਗਾ ਉਹ 6 ਵਜੇ ਮਿਲੂਗਾ। ਹੁਣ ਕੀ ਹੋਊਗਾ 11 ਵਜੇ ਤੇ 6 ਵਜੇ ਤੁਹਾਨੂੰ ਈਮੇਲ ਆਣਗੀਆਂ, ठीक है, ਉਹਦੇ ਵਿੱਚ ਲੈਕਚਰ ਦਾ ਲਿੰਕ ਹੋਊਗਾ ਤੇ ਨਾਲ ਪੀਡੀਐਫ ਹੋਊਗੀ ਜੋ ਕਿ ਨੋਟਸ ਹੋਣਗੇ। ठीक है, सो पीडीएफ ਤੁਸੀਂ ਉੱਥੇ ਡਾਊਨਲੋਡ ਕਰ ਸਕਦੇ ਹੋ, ਲਿੰਕ ਤੇ ਤੁਸੀਂ ਕਲਿੱਕ ਕਰੋਗੇ YouTube ਓਪਨ ਹੋ ਜੂਗੀ। ਜਿਹੜੇ ਸਟੂਡੈਂਟਸ ਨੇ ਈਮੇਲ ਰਜਿਸਟਰ ਕਰਵਾਈ ਹੋਊਗੀ ਉਹਨਾਂ ਨੂੰ ਅਸੈਸ ਮਿਲ ਜੂਗਾ, ਸੋ ਤੁਸੀਂ ਉੱਥੋਂ ਲੈਕਚਰ ਦੇਖ ਸਕਦੇ ਹੋ। ठीक है, एक होर चीज़ बहुत सारे स्टूडेंट्स ਨੂੰ ਇਹ डाउट ਹੁੰਦਾ है कि मैम ਤੁਸੀਂ 11 ਵਜੇ ਤੇ 6 ਵਜੇ ਲੈਕਚਰ ਅਪਲੋਡ ਕਰ ਦਿੰਦੇ ਹੋ, ਅਸੀਂ ਉਸ ਟਾਈਮ ਤਾਂ ਫ੍ਰੀ ਨਹੀਂ ਹੁੰਦੇ, ਫਿਰ ਅਸੀਂ ਕਿਵੇਂ ਦੇਖਾਂਗੇ। ਸੋ ਮੇਰਾ ਟਾਈਮ ਹੈ ਲੈਕਚਰ ਅਪਲੋਡ ਕਰਨ ਦਾ, ਤੁਸੀਂ ਜਦੋਂ ਮਰਜ਼ੀ ਉਹਨੂੰ ਦੇਖ ਸਕਦੇ ਹੋ ਤੇ ਜਿੰਨੀ ਵਾਰ ਮਰਜ਼ੀ ਦੇਖ ਸਕਦੇ ਹੋ। ਓਕੇ, ਸੋ ਇਹਦੇ ਵਿੱਚ ਹੁਣ ਤੁਹਾਨੂੰ ਜਿੰਨਾ ਵੀ ਸਿਲੇਬਸ ਹੈ ਉਹ ਸਾਰਾ ਵੀਡੀਓ ਲੈਕਚਰਸ ਪਲੱਸ ਨੋਟਸ ਦੀ ਹੈਲਪ ਨਾਲ ਕਵਰ ਕਰਵਾਇਆ ਜਾਊਗਾ। देखो एक चीज़ मैं थोड़ा इत्थे होर दसना चाहनी है, ये जिहड़े नोट्स हैं ये मैं इस तरीके नाल बनानी है कि तुसी जस्ट वीडियो नूं सुनना है तो तुहानूं दोबारा वीडियो नूं सुनन दी जरूरत नहीं पऊ, ना ही तुहानूं कुछ लिखण दी जरूरत पऊ। ओके, सो तुसी नोट्स दा प्रिंट आउट लो, उहनूं रिवाइज करो, दैट्स इट। ओके, उस तो बाद नैक्सट थर्ड, ਹੁਣ अगर पढ़ते पढ़ते ਤੁਹਾਨੂੰ डाउट आ गया क्योंकि ਇਹਦੇ ਵਿੱਚ रिकॉर्डेड ਲੈਕਚਰਸ हैं, फिर की करोगे। सो ਉਹਦੇ ਲਈ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਜਾਂ ਫਿਰ ਈਮੇਲ ਕਰ ਸਕਦੇ ਹੋ। WhatsApp ਤੇ ਤੁਸੀਂ ਵੌਇਸ ਮੈਸੇਜ ਵੀ ਸੈਂਡ ਕਰ ਸਕਦੇ ਹੋ, ਜੋ ਵੀ ਤੁਹਾਡਾ ਡਾਊਟ ਆ ਰਿਹਾ 24 ਆਵਰਸ ਦੇ ਵਿੱਚ ਤੁਹਾਡਾ ਡਾਊਟ ਹੈ ਜਿਹੜਾ ਉਹ ਸੋਲਵ ਹੋ ਜਾਊਗਾ। ਓਕੇ, ਸੋ ਆਈ ਥਿੰਕ ਤੁਹਾਡਾ ਇਹ ਡਾਊਟ ਹੁਣ ਕਲੀਅਰ ਹੋ ਗਿਆ ਹੋਊਗਾ। ਸੋ ਡਾਊਟ ਦੀ ਵੀ ਗੱਲ ਹੋ ਗਈ। ਉਹ ਤੋਂ ਬਾਅਦ ਨੈਕਸਟ ਫੋਰਥ ਚੀਜ਼, ਇਹਦੇ ਵਿੱਚ ਟੈਸਟ ਸੀਰੀਜ਼ ਵੀ ਪ੍ਰੋਵਾਈਡ ਕੀਤੀ ਜਾਊਗੀ। ਜਿਹੜੀ ਟੈਸਟ ਸੀਰੀਜ਼ ਹੋਊਗੀ ਉਹ ਵੀ ਬਿਲਕੁਲ ਐਗਜ਼ਾਮ ਓਰੀਐਂਟਡ ਹੋਊਗੀ। ਓਕੇ, ਸੋ ਜਿਹੜੇ ਸਟੂਡੈਂਟਸ ਕੋਰਸ ਪਰਚੇਸ ਕਰਨਗੇ ਉਹਨੂੰ ਟੈਸਟ ਸੀਰੀਜ਼ ਇਹਦੇ ਵਿੱਚ ਹੀ ਮਿਲੂਗੀ। ਓਕੇ, ਉਹ ਤੋਂ ਬਾਅਦ ਸੋ ਹੁਣ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਕਿ ਤੁਹਾਨੂੰ ਕਿਹੜੀ ਚੀਜ਼ਾਂ ਇਹਦੇ ਵਿੱਚ ਕਵਰ ਕਰਵਾਈਆਂ ਜਾਣਗੀਆਂ। ਓਕੇ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀਕੇ ਦੀ। जीके ਦੇ ਵਿੱਚ अगर ਤੁਸੀਂ ਦੇਖੋਗੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈਗੀ ਹੈ ਕਰੰਟ ਅਫੇਅਰਸ। ठीक है, सो ਇਹ ਵਾਲੇ ਕੋਰਸ ਦੇ ਵਿੱਚ ਤੁਹਾਨੂੰ ਕਰੰਟ ਅਫੇਅਰਸ ਆ ਜਿਹੜੇ ਪ੍ਰੋਵਾਈਡ ਕੀਤੇ ਜਾਣਗੇ। ਬੇਸਿਕਲੀ ਜਨਵਰੀ 2021 ਤੋਂ ਕਰੰਟ ਅਫੇਅਰਸ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਟਿਲ ਐਗਜ਼ਾਮ। ठीक है, ਸੋ ਤੁਹਾਨੂੰ ਕਰੰਟ ਅਫੇਅਰ ਕਿਤੋਂ ਵੀ ਹੋਰ ਕਰਨ ਦੀ ਜ਼ਰੂਰਤ ਨਹੀਂ ਪਊਗੀ, ਤੁਸੀਂ ਇਹੀ ਕਰ ਲਓ, ਉਹੀ ਤੁਹਾਡੇ ਲਈ ਸਫੀਸ਼ੀਐਂਟ ਨੇ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹਨੀ ਹਾਂ, ਜਿਹੜੇ ਕਰੰਟ ਅਫੇਅਰ ਨੇ ਨਾ ਉਹ ਮੰਥਲੀ ਮਿਲਣਗੇ ਤੁਹਾਨੂੰ। ਠੀਕ ਹੈ, ਸੋ ਉਹਦੇ ਵਿੱਚ ਹਰ ਟਾਈਪ ਦੇ ਕਰੰਟ ਅਫੇਅਰ ਇਨਕਲੂਡਡ ਹੋਣਗੇ ਮੰਥ ਵਾਈਜ਼। ਓਕੇ, ਉਹ ਤੋਂ ਬਾਅਦ ਸੈਕਿੰਡ, ਹੁਣ ਆਪਾਂ ਇੱਕ ਇੱਕ ਕਰਕੇ ਸਬਜੈਕਟਸ ਦੇਖਦੇ ਹਾਂ। ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਹੋਇਆ ਹੈ ਇਕਨੋਮਿਕ ਇਸ਼ੂਜ਼। इकनॉमिक इशूज मतलब इकनॉमिक्स। सो इकनॉमिक्स ਦੇ ਵਿੱਚ ਆਪਣਾ ਜਿਹੜਾ ਮੇਨ ਫੋਕਸ ਰਹੂਗਾ ਉਹ ਰਹੂਗਾ ਮੈਕਰੋ ਇਕਨੋਮਿਕਸ ਦੇ ਉੱਪਰ। ਮੈਕਰੋ ਇਕਨੋਮਿਕਸ ਦਾ ਮਤਲਬ ਜਿਵੇਂ ਕਿ ਇਹਦੇ ਵਿੱਚ ਆਪਾਂ 5 ਈਅਰ ਪਲਾਨਸ ਦੇ ਬਾਰੇ ਪੜਾਂਗੇ। ਓਕੇ, ਇਹਦੇ ਵਿੱਚ ਆਪਾਂ ਬੈਂਕਿੰਗ ਸਿਸਟਮ ਦੇ ਬਾਰੇ ਪੜਾਂਗੇ, ਇਹਦੇ ਵਿੱਚ ਆਪਾਂ ਟੈਕਸੇਸ਼ਨ ਦੇ ਬਾਰੇ ਪੜਾਂਗੇ ਤੇ ਨਾਲ ਇਹਦੇ ਵਿੱਚ ਆਪਾਂ ਕੁਝ ਮਿਸਲੇਨੀਅਸ ਟੌਪਿਕਸ हैं ਜਿਨ੍ਹਾਂ ਉੱਪਰ ਪੇਪਰ 'ਚ ਕੁਐਸਚਨ ਦੇਖਣ ਨੂੰ ਮਿਲਦੇ हैं, ਜਿਵੇਂ ਕਿ बॉन्ड्स हो गए, मसाला बॉन्ड्स। ठीक है, ग्रीन बॉन्ड्स कि कादे लिए ग्रीन बॉन्ड्स जेडे ने किदे लिए यूज किए जाते हैं। सो वो सब चीज़ां उस तो इलावा बैलेंस ऑफ ट्रेड। ठीक है, सो आप ये टॉपिक्स देखांगे। उस तो इलावा एक होर इंपॉर्टेंट टॉपिक है वो हैगा इंटरनेशनल ऑर्गेनाइजेशंस आ, ਉਹ ਵੀ ਇਹਦੇ ਵਿੱਚ ਕਵਰ ਕੀਤਾ ਜਾਊਗਾ। ਸੋ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਜਿਹੜੇ ਟੌਪਿਕਸ ਦੇ ਉੱਪਰ ਕੁਐਸਚਨ ਆਉਂਦੇ ਇਕਨੋਮਿਕਸ ਦੇ ਵਿੱਚ ਉਹ ਆਪਾਂ ਸਾਰਾ ਕਵਰ ਕਰਾਂਗੇ। ਤੇ ਇੱਕ ਹੋਰ ਟੌਪਿਕ ਹੈ ਉਹ ਹੈਗਾ ਐਗਰੀਕਲਚਰ ਨਾਲ ਰਿਲੇਟਡ MSP। ਠੀਕ ਹੈ, ਤੇ ਟਾਈਪਸ ਆਫ ਰੈਵੋਲੂਸ਼ਨ, ਉਹ ਵੀ ਸਾਰਾ ਕੁਝ ਆਪਾਂ ਕਵਰ ਕਰਾਂਗੇ। ਸੋ ਓਵਰਆਲ ਤੁਹਾਡਾ ਸਾਰਾ ਕੁਝ ਇਸ 'ਚ ਕੰਪਲੀਟ ਕਵਰ ਹੋਊਗਾ। ਓਕੇ, ਉਹ ਤੋਂ ਬਾਅਦ ਹੁਣ ਆਪਾਂ ਸੈਕਿੰਡ ਦੇਖਦੇ ਹਾਂ। ਉੱਥੇ ਤੁਹਾਨੂੰ ਦਿਖਣ ਨੂੰ ਮਿਲੂਗਾ ਪੋਲੀਟੀਕਲ ਇਸ਼ੂਜ਼। ਪੋਲੀਟੀਕਲ ਇਸ਼ੂਜ਼ ਮਤਲਬ ਪੋਲਿਟੀ ਦੇ ਵਿੱਚ ਕਰੰਟ ਅਫੇਅਰਸ ਦਾ ਕਰੰਟ ਅਫੇਅਰ ਵਾਲੇ ਪਾਰਟਸ ਕਵਰ ਹੋ ਜਾਣਗੇ ਤੇ ਨਾਲ ਸਟੈਟਿਕ ਜਿਹੜਾ ਪਾਰਟ ਹੈ ਉਹਦੇ ਵਿੱਚ ਜਿਵੇਂ ਕੁਝ ਟੌਪਿਕਸ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ, ਜਿਵੇਂ ਕਿ ਬੇਸਿਕਸ ਆਫ ਕਨਸਟੀਟਿਊਸ਼ਨ ਹੋ ਗਿਆ। ਠੀਕ ਹੈ, ਇਹਦੇ ਵਿੱਚ ਆਪਾਂ ਸਾਰਾ ਕਰਾਂਗੇ ਕਿ ਕਨਸਟੀਟਿਊਸ਼ਨ ਦੇ ਕਿਹੜੀ ਚੀਜ਼ਾਂ ਕਿਹੜੀ ਕੰਟਰੀ ਤੋਂ ਬੋਰੋ ਕੀਤੇ ਗਈਆਂ ਨੇ, ਸ਼ਡਿਊਲਸ ਦੇਖਾਂਗੇ, ਹੋਰ ਵੀ ਬੇਸਿਕ ਫੈਕਟਸ ਜੋ ਕਨਸਟੀਟਿਊਸ਼ਨ ਨਾਲ ਰਿਲੇਟਡ ਹੈ ਉਹ ਦੇਖਾਂਗੇ। ਉਸ ਤੋਂ ਇਲਾਵਾ ਜਿਹੜੀਆਂ ਵੀ ਇੰਪੋਰਟੈਂਟ ਅਮੈਂਡਮੈਂਟਸ ਹੋਈਆਂ ਨੇ
ठीक है। इस तो इलावा फंडामेंटल राइट्स, फंडामेंटल ड्यूटीज हो गया, इस तो इलावा डायरेक्टिव प्रिंसिपल्स ऑफ स्टेट पॉलिसी हो गया, ਤੇ ਨਾਲ ਹੀ ਆਪਣੇ ਕੋਲ ਐਗਜ਼ੀਕਿਊਟਿਵ ਦੇ ਵਿੱਚ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸਟੇਟ ਦੀ ਗੱਲ ਕਰੀਏ ਤਾਂ ਚੀਫ ਮਿਨਿਸਟਰ, ਗਵਰਨਰ, ਮੀਨਸ ਜਿੰਨੇ ਵੀ ਇੰਪੋਰਟੈਂਟ ਆਫਿਸ ਆਪਾਂ ਸਾਰੇ ਦੇਖਾਂਗੇ, ਇਨਕਲੂਡਿੰਗ ਪਾਰਲੀਮੈਂਟ, ਇਨਕਲੂਡਿੰਗ ਸਟੇਟ ਲੈਜਿਸਲੇਚਰ। ਉਹ ਤੋਂ ਬਾਅਦ ਅਗਰ ਆਪਾਂ ਜੁਡੀਸ਼ਰੀ ਦੀ ਗੱਲ ਕਰੀਏ ਤਾਂ ਜੁਡੀਸ਼ਰੀ ਦੇ ਵਿੱਚ ਸੁਪਰੀਮ ਕੋਰਟ ਹੋ ਗਿਆ, ਹਾਈ ਕੋਰਟ ਹੋ ਗਿਆ, ठीक है। दैन म्यूनसिपैलिटीज हो गया, पंचायती राज सिस्टम हो गया। उस तो इलावा अपने को एक होर चीज आती है, कुछ इंपॉर्टेंट ऑर्गेनाइजेशंस जिमें कि नीति आयोग होगी, फाइनांस कमीशन हो गया, नैशनल ह्यूमन राइट्स कमीशन। मीनस आप सारा कुछ कवर करांगे, ओवरऑल थोड़ा सब कुछ कंप्लीट कवर होगा। ये थोड़ा मैं जस्ट एग्जाम्पल्स दित्तियां ने भी की कुछ होगा। ओके, उस तो इलावा नैक्सट अपने को थर्ड है, अपने को है इन्वायरमेंट, दैट इज इन्वायरमेंट इशूज। इन्वायरमेंट इशूज ਦੇ ਵਿੱਚ ਵੀ ਕਰੰਟ ਦਾ ਪਾਰਟ ਦੱਸਣਾ ਚਾਹੁੰਦੀ ਹਾਂ, ਸਾਰਾ ਕਰੰਟ ਅਫੇਅਰਸ ਕਵਰ ਹੋ ਜਾਊਗਾ। ਤੇ ਸਟੈਟਿਕ ਪਾਰਟ ਜਿਹੜਾ ਹੈ ਉਹਦੇ ਵਿੱਚ ਇੰਪੋਰਟੈਂਟ ਚੀਜ਼ਾਂ ਜਿਵੇਂ ਕਿ ਇਨਵਾਇਰਨਮੈਂਟ ਨਾਲ ਰਿਲੇਟਡ ਜਿਹੜੀਆਂ ਟਰਮਸ ਹੁੰਦੀਆਂ ਕਿ ਇਨਵਾਇਰਨਮੈਂਟ ਦਾ ਮਤਲਬ ਦੱਸੋ, ਇਕੋਲੋਜੀ ਦਾ ਮਤਲਬ ਦੱਸੋ, ਐਸੇ ਬਹੁਤ ਕੁਐਸਚਨਸ ਆਉਂਦੇ ਆ ਪੀਪੀਐਸਸੀ ਦੇ ਵਿੱਚ। ਉਸ ਤੋਂ ਇਲਾਵਾ ਜਿਵੇਂ ਆਪਣੇ ਕੋਲ IUCN ਹੋ ਗਿਆ, ठीक है, रामसर साइट्स हो गया, नैशनल पार्क्स हो गए, वाइल्ड लाइफ सेंचुरीज हो गया। उस तो इलावा पॉल्यूशन वाला जो टॉपिक है जिमें एसिड रेन कादे नाल हुंदी है, ठीक है, ਉਹਦੇ ਵਿੱਚ काफ़ी कुछ है। सो वो सब चीज़ां हो गई। और तो बाद नैक्सट अगर आप गल करिए मेन ਜਿਹੜੀਆਂ कन्वेंशनस ने इन्वायरमेंट दियां, बहुत क्वेश्चन आते हैं ऊपर, ठीक है, वो सारा कुछ आप कवर करांगे। उस तो बाद इंपॉर्टेंट प्रोटोकॉल्स ਜਿਹੜੇ ਨੇ ਉਹ ਸਾਰੇ ਦੇਖਾਂਗੇ। मीनस कहता है इन्वायरमेंट नाल रिलेटेड भी जो जो इंपॉर्टेंट टॉपिक्स हैं जैसे पीपीएससी दे विच क्वेश्चन पूछे जाते हैं, आप सारा कुछ कवर करांगे, थोनों बिल्कुल भी घबराने की जरूरत नहीं हैगी। ओके, और तो बाद नैक्सट अपने को आती है साइंस एंड टैक्नोलॉजी। हुण देखो साइंस एंड टैक्नोलॉजी दे विच ना अगर आप देखिए तो इन्हों आप 2 पार्ट्स दे विच डिवाइड कर सकते हैं। पहले दे विच कैमिस्ट्री, फिजिक्स, बायो के टॉपिक्स हो गए, तो सैकेंड पार्ट हो गया साइंस एंड टैक्नोलॉजी का। जिहड़ा आ वाला साइंस एंड टैक्नोलॉजी का पार्ट है ना, इहदे विच स्टैटिक भी पार्ट आंदा है ते नाल इहदे विच करंट पार्ट भी आंदा है। हुण किहड़े टॉपिक्स हो गए जिवें डिजीज हो गए, टाइप ऑफ सैटेलाइट हो गई, और बिल्कुल मतलब आप सैटेलाइट की अलग अलग टाइप्स पढ़ांगे, ठीक है, जो आप इन्हां विच डिस्कस नहीं करते कैमिस्ट्री, फिजिक्स, बायो दे विच। सो मैं तुहानूं दोनों चीज़ां कवर करवाऊंगी ताकि पेपर च जैसे मर्जी क्वेश्चन आ जाए थोड़ा गलत ना होवे। ओके, उस तो इलावा कैमिस्ट्री, फिजिक्स, बायो के जो भी इंपॉर्टेंट टॉपिक्स आप वो भी सारे देखांगे। ओके, और तो बाद नैक्सट अपने को लिखी हुई है जिहड़ी चीज़ वो लिखी हुई है हिस्टरी। हिस्टरी ऑफ इंडिया स्पैशल रैफरेंस देना है फ्रीडम स्ट्रगल मूवमेंट ते। सो कहने का मतलब की है कि तुसी मेन इहदे विच मॉडर्न हिस्टरी कवर करनी है। ओके, सो मेन मॉडर्न हिस्टरी देखनी है तुसी। मॉडर्न हिस्टरी दे विच एंट्री ऑफ यूरोपियंस तो लैके जब तक इंडिया आज़ाद नहीं होया, दैट इज 1947, उदों तक आप जो जो इंपॉर्टेंट इवेंट्स होए सारे देखा A to Z। ओके, उस तो इलावा नैक्सट अगर आप गल करिए तो हिस्टरी ऑफ पंजाब के बारे मैंशन है, ठीक है, तो ਉਹਦੇ ਵਿੱਚ ਦਿੱਤਾ ਹੋਇਆ 14th सेंचुरी ऑनवर्ड्स। सो ਹੁਣ ਆਪਾਂ हिस्टरी ऑफ पंजाब की गल करिए। देखो पंजाब की जीके के बारे में थोड़ा एक चीज़ कहना चाहनी है, सिलेबस के विच कली हिस्टरी मैंशन है, बट क्योंकि आप पंजाब का पेपर दे रहे हैं, ठीक है, सो ये कई बार जोग्राफी, इकनॉमिक्स, कल्चर ये ऊपर भी क्वेश्चंस पूछ लेंगे हैं। सो किते भी कोई कमी ना रह जाए, इसलिए आप इनू भी इंक्लूड करांगे एक कोर्स के विच। ओके, सो पंजाब की हिस्टरी दे विच यानी कि सिख गुरुस तो लैके जिहड़ा पंजाब का डिवीजन होया, ठीक है, उदों उत्थे तक आप सारा कुछ कवर करांगे जो भी इंपॉर्टेंट चीज़ां ने। सो कहने का मतलब है कि ओवरऑल थोड़ी सारी पंजाब की हिस्टरी कवर होगी, ठीक है। उस तो बाद नैक्सट अगर आप गल करिए पंजाब की जोग्राफी भी आप डिटेल च देखांगे, जिवें कि पंजाब के किहड़े-किहड़े रिवर्स हैं, ये बहुत इंपॉर्टेंट टॉपिक है, ठीक है। सो पूरा देखांगे डिटेल दे विच, पंजाब की इकोनॉमी के बारे देखांगे ते नाल ही पंजाब के कल्चर के बारे देखांगे। देखो पंजाब के कल्चर दे विच काफ़ी चीज़ां ने, जिमें कि ये कुछ इंपॉर्टेंट राइटर्स ने, उन्होंने कंपोजिशन के उपर क्वेश्चन आ जाता है।
ਉਹਨਾਂ ਨੂੰ ਕਿਹੜੇ ਅਵਾਰਡਸ ਮਿਲੇ ਉਹਦੇ ਉੱਪਰ ਕੁਐਸਚਨ ਆ ਜਾਂਦਾ ਹੈ। ਜਾਂ ਫਿਰ ਅਗਰ ਆਪਾਂ ਪੰਜਾਬ ਦੇ ਹੋਰ ਕਲਚਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਟੌਪਿਕ ਹੈ ਜਿਵੇਂ ornaments ਹੋ ਗਏ, ਫੇਅਰਸ ਕਿਹੜੇ ਕਿਹੜੇ ਨੇ, ਇੰਪੋਰਟੈਂਟ ਮੋਨੂਮੈਂਟਸ ਕਿਹੜੇ ਨੇ। ਸੋ ਆਪਾਂ ਸਾਰਾ ਕੁਝ ਦੇਖਾਂਗੇ, ਤੁਹਾਡਾ ਕੁਝ ਵੀ ਛੁੱਟੂਗਾ ਨਹੀਂ। ਓਕੇ, ਸੋ ਇਹ ਤਾਂ ਗੱਲ ਹੋਈ ਜੀਕੇ ਦੀ। ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਕਿ ਆਪਾਂ ਕਿਵੇਂ ਕਿਵੇਂ ਕਵਰ ਕਰਾਂਗੇ। ਸੋ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਸੈਕਿੰਡ ਪਾਰਟ ਦੀ, ਜਿਹਦੇ ਵਿੱਚੋਂ 40 ਕੁਐਸਚਨਸ ਆਣੇ। ਓਕੇ, ਸੋ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਪਾਰਟ ਦੀ, ਜਿਹਦੇ ਵਿੱਚੋਂ ਤੁਹਾਨੂੰ 40 ਕੁਐਸਚਨਸ ਪੁੱਛੇ ਜਾਣਗੇ, ਦੈਟ ਇਜ਼ ਰੀਜ਼ਨਿੰਗ ਐਂਡ ਮੈਥਸ। ਓਕੇ, ਸੋ ਰੀਜ਼ਨਿੰਗ ਦੇ ਸਭ ਤੋਂ ਪਹਿਲਾਂ ਆਪਾਂ ਟੌਪਿਕਸ ਦੇਖਦੇ ਹਾਂ। ਸੋ ਦੇਖੋ, ਸਭ ਤੋਂ ਪਹਿਲਾਂ ਅਗਰ ਆਪਾਂ ਰੀਜ਼ਨਿੰਗ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜੇ ਕਿਹੜੇ ਟੌਪਿਕਸ ਨੇ, ਇੱਕ ਇੱਕ ਕਰਕੇ ਆਪਾਂ ਸਾਰੇ ਡਿਟੇਲ 'ਚ ਦੇਖਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਇਹਦੇ ਵਿੱਚ ਲੌਜੀਕਲ ਡਿਡਕਸ਼ਨ 'ਚ ਕੀ ਕੀ ਕਰਨਾ ਤੁਸੀਂ। ਇਹਦੇ ਵਿੱਚੋਂ ਸਭ ਤੋਂ ਪਹਿਲਾਂ ਮੇਨ ਟੌਪਿਕਸ ਜਿਹੜੇ ਨੇ ਉਹ ਹੈ ਸਟੇਟਮੈਂਟ ਕਨਕਲੂਜਨ ਤੇ ਲੌਜਿਕ। ਮੇਨ ਫੋਕਸ ਕੋਰਸ ਦੇ ਵਿੱਚ ਇਹਨਾਂ ਉੱਪਰ ਰਹੂਗਾ, ਬਟ ਤੁਹਾਡੇ ਸਾਰੇ ਟੌਪਿਕਸ ਕਵਰ ਕਰਵਾਏ ਜਾਣਗੇ। ਠੀਕ ਹੈ, ਕੁਝ ਵੀ ਐਸਾ ਨਹੀਂ ਹੋਊਗਾ ਜੋ ਤੁਹਾਡਾ ਕਵਰ ਨਾ ਹੋਵੇ, ਇਹਨਾਂ ਦੇ ਉੱਪਰ ਮੇਨ ਫੋਕਸ ਰਹੇਗਾ। ਠੀਕ ਹੈ, ਉਹ ਤੋਂ ਬਾਅਦ ਸੈਕਿੰਡ ਅਗਰ ਆਪਾਂ ਗੱਲ ਕਰੀਏ ਜਿਹੜੇ ਹੋਰ ਟੌਪਿਕਸ ਨੇ, ਸੋ ਨੈਕਸਟ ਵਰਬਲ ਰੀਜ਼ਨਿੰਗ ਦੇ ਵਿੱਚ ਆਪਾਂ ਐਨਾਲੌਗੀ, ਸੀਰੀਜ਼ ਕੰਪਲੀਸ਼ਨ, ਟੈਸਟ ਔਨ ਅਲਫਾਬੈਟਸ, ਰੈਂਕਿੰਗ, ਡਾਇਰੈਕਸ਼ਨ ਟੈਸਟ, ਕਲਾਸੀਫਿਕੇਸ਼ਨ, ਡਾਟਾ ਸਫੀਸ਼ੀਐਂਸੀ, ਅਲਫਾ ਨਿਊਮੈਰਿਕ ਸੀਕੁਐਂਸ, ਪਜ਼ਲ ਟੈਸਟ ਬਹੁਤ ਇੰਪੋਰਟੈਂਟ ਹੈ। ਕਈ ਵਾਰ ਤਾਂ ਪੀਪੀਐਸਸੀ ਦਾ ਐਵੇਂ ਕੁਐਸਚਨ ਆ ਜਾਂਦੇ ਆ ਪੇਪਰ ਦੇ ਵਿੱਚ ਕਿ ਅੱਧਾ ਪੇਪਰ ਪਜ਼ਲ ਨਾਲ ਭਰਿਆ ਹੁੰਦਾ ਹੈ। ਠੀਕ ਹੈ, ਸੋ ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਵਿੱਚ ਆਪਾਂ 6 ਟਾਈਪਸ ਕਵਰ ਕਰਾਂਗੇ। ਠੀਕ ਹੈ, ਤੁਹਾਨੂੰ ਵਧੀਆ ਤਰੀਕੇ ਨਾਲ ਤੁਹਾਡੀ ਪ੍ਰੈਕਟਿਸ ਹੋ ਜੂਗੀ। ਉਹ ਤੋਂ ਬਾਅਦ ਬਲੱਡ ਰਿਲੇਸ਼ਨ, ਕੋਡਿੰਗ, ਡਿਕੋਡਿੰਗ, ਐਸਰਸ਼ਨ ਰੀਜ਼ਨਿੰਗ। ਦੈਨ ਨੈਕਸਟ ਆਪਣੇ ਕੋਲ ਹੈ ਅਰਥਮੈਟਿਕ ਰੀਜ਼ਨਿੰਗ। ਹੁਣ ਅਰਥਮੈਟਿਕ ਰੀਜ਼ਨਿੰਗ ਨਾ ਥੋੜਾ ਜਿਹਾ ਮੈਥਸ ਦਾ ਵੀ ਪਾਰਟ ਹੈ, ਰੀਜ਼ਨਿੰਗ ਦਾ ਵੀ ਪਾਰਟ ਹੈ। ਬੇਸਿਕਲੀ ਜਿਹੜਾ ਅਰਥਮੈਟਿਕ ਰੀਜ਼ਨਿੰਗ ਹੈ ਨਾ, ਇਹ RS ਅਗਰਵਾਲ ਚ ਇੱਕ ਚੈਪਟਰ ਹੈ। ਠੀਕ ਹੈ, ਸੋ ਉਹਦੇ ਵਿੱਚੋਂ ਵੀ ਕਾਫੀ ਸਾਰੇ ਕੁਐਸਚਨਸ ਪੀਪੀਐਸਸੀ ਨੇ ਪੁੱਛੇ, ਸੋ ਆਪਾਂ ਇਹਨੂੰ ਵੀ ਦੇਖਾਂਗੇ। ਉਹ ਤੋਂ ਬਾਅਦ ਆਪਰੇਸ਼ਨ ਆਫ ਮੈਥਮੈਟਿਕਸ, ਦੈਨ ਵੈਨ ਡਾਇਗ੍ਰਾਮ, ਵਰਡ ਸੀਕੁਐਂਸ, ਮਿਸਿੰਗ ਕੈਰੈਕਟਰ, ਇਹ ਸਾਰੇ ਟੌਪਿਕਸ ਆਪਾਂ ਕਵਰ ਕਰਾਂਗੇ। ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਦੇਖਦੇ ਹਾਂ ਅਗਲਾ ਟੌਪਿਕ, ਸੋ ਦੇਖੋ ਨॉन वर्बल रीजनिंग। नॉन वर्बल रीजनिंग ਦੇ ਵਿੱਚ ਪੇਪਰ ਫੋਲਡਿੰਗ, ਪੇਪਰ ਕਟਿੰਗ, ਕਿਊਬਸ ਐਂਡ ਡਾਈਸਿਸ, ਵਾਟਰ ਇਮੇजेस, ਮਿਰਰ ਇਮੇजेस, ਇਹ ਸਾਰੇ ਟੌਪਿਕਸ ਹੈ। ਪਲੱਸ ਇਹਦੇ ਵਿੱਚ ਇੱਕ ਟੌਪਿਕ ਹੋਰ ਆਉਂਦਾ ਐਨਾਲਿਟੀਕਲ ਰੀਜ਼ਨਿੰਗ ਦਾ। ਐਨਾਲਿਟੀਕਲ ਰੀਜ਼ਨਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਟ੍ਰਾਇੰਗਲ ਬਣੀ ਹੋਈ ਹੈ, ਠੀਕ ਹੈ, ਉਹਦੇ ਵਿੱਚ ਕਿੰਨੀਆਂ ਸਾਰੀਆਂ ਟ੍ਰਾਇੰਗਲਸ ਨੇ ਉਹਦਾ ਦੱਸੋ ਨੰਬਰ ਕਾਊਂਟ ਕਰਕੇ, ਜਾਂ ਫਿਰ ਕੋਈ ਐਵੇਂ ਫਿਗਰ ਆ ਗਈ ਇਹਦੇ ਵਿੱਚ ਦੱਸਣਗੇ ਨੰਬਰ ਆਫ ਸਟ੍ਰੇਟ ਲਾਈਨਸ ਕਿੰਨੀਆਂ ਨੇ। ਸੋ ਐਨਾਲਿਟੀਕਲ ਰੀਜ਼ਨਿੰਗ ਦੇ ਵਿੱਚ ਆਪਾਂ ਇਹ ਸਭ ਕੁਝ ਕਵਰ ਕਰਾਂਗੇ। ਓਕੇ, ਤੇ ਨਾਲ ਤੁਹਾਡੇ ਦੋ ਹੋਰ ਟੌਪਿਕਸ ਕਵਰ ਕੀਤੇ ਜਾਣਗੇ, ਉਹ ਹੈਗੇ ਕਲੌਕ ਐਂਡ ਕੈਲੰਡਰ। ਠੀਕ ਹੈ, ਇਹ ਕਵਰ ਕਰਵਾਉਣ ਦਾ ਇਹ ਰੀਜ਼ਨ ਹੈ ਕਿਉਂਕਿ ਇਹਨਾਂ ਵਿੱਚੋਂ ਵੀ ਕੁਐਸਚਨਸ ਦੇਖੇ ਗਏ ਨੇ ਪੀਪੀਐਸਸੀ ਦੇ ਵਿੱਚ। ਸੋ ਨੈਕਸਟ ਨੂੰ ਆਪਾਂ ਮੈਥਸ ਦੀ ਗੱਲ ਕਰਦੇ ਹਾਂ। ਮੈਥਸ ਦੇ ਵਿੱਚ ਤੁਹਾਡਾ ਕੀ ਕੁਝ ਕਵਰ ਹੋਊਗਾ। ਸੋ ਨੈਕਸਟ ਹੈ ਮੈਥਸ ਦੇ ਵਿੱਚ ਦੇਖੋ ਜਿਹੜੇ ਟੌਪਿਕਸ ਆਪਾਂ ਕਵਰ ਕਰਾਂਗੇ ਕੋਰਸ ਦੇ ਵਿੱਚ, ਏਜ, ਐਵਰੇਜ, ਪਰਸੈਂਟੇਜ, ਟਾਈਮ ਐਂਡ ਵਰਕ ਦੇ ਵਿੱਚ ਚੇਨ ਰੂਲ ਵਾਲੇ ਕੁਐਸਚਨਸ ਦੇਖਾਂਗੇ, ਵੇਜਿਸ ਵਾਲੇ ਦੇਖਾਂਗੇ। ਦੈਨ ਟਾਈਮ ਐਂਡ ਡਿਸਟੈਂਸ ਦੇ ਵਿੱਚ ਬੋਟ ਐਂਡ ਸਟਰੀਮ, ਟ੍ਰੇਨਸ, ਸਾਰੇ ਕੁਐਸਚਨਸ ਦੇਖਾਂਗੇ ਆਪਾਂ। ਦੈਨ ਡਾਟਾ ਇੰਟਰਪ੍ਰੀਟੇਸ਼ਨ ਬਹੁਤ ਇੰਪੋਰਟੈਂਟ ਹੈ ਪੀਪੀਐਸਸੀ ਐਗਜ਼ਾਮ ਦੇ ਲਈ। ਇਹਦੇ ਵਿੱਚ ਜਿੰਨੀਆਂ ਵੀ ਟਾਈਪਸ ਨੇ, ਪਾਈ ਚਾਰਟ, ਬਾਰ ਗ੍ਰਾਫ, ਉਹ ਸਾਰੀਆਂ ਆਪਾਂ ਕਵਰ ਕਰਾਂਗੇ ਤਾਂ ਕਿ ਕੁਝ ਵੀ ਤੁਹਾਨੂੰ ਡਾਊਟ ਨਾ ਰਹੇ। ਉਹ ਤੋਂ ਬਾਅਦ ਦੈਨ ਨੰਬਰ ਸਿਸਟਮ ਵੀ ਕਵਰ ਕਰਾਂਗੇ। ਠੀਕ ਹੈ, ਸੇਫ ਸਾਈਡ ਤੇ ਰਹਿਣ ਦੇ ਲਈ HCF, LCM, ਪ੍ਰੋਫਿਟ ਐਂਡ ਲਾਸ, ਰੇਸ਼ੋ ਐਂਡ ਪ੍ਰਪੋਰਸ਼ਨ। ਉਹ ਤੋਂ ਇਲਾਵਾ ਅਰਥਮੈਟਿਕ ਰੀਜ਼ਨਿੰਗ ਇਸ 'ਚ ਵੀ ਮੈਂ ਮੈਂਸ਼ਨ ਕੀਤਾ ਬਿਕੋਜ਼ ਇਹ ਮੈਥਸ ਤੇ ਰੀਜ਼ਨਿੰਗ ਦੋਨਾਂ 'ਚ ਆ ਜਾਂਦਾ। ਉਹ ਤੋਂ ਇਲਾਵਾ ਮਿਕਸਚਰ ਐਂਡ ਐਲੀਗੇਸ਼ਨ ਹੋ ਗਿਆ। ਇਹਨਾਂ ਦੇ ਵਿੱਚੋਂ ਜਿਹੜੇ ਮੇਨ ਟੌਪਿਕਸ ਨੇ ਪ੍ਰੋਬੇਬਿਲਿਟੀ, ਪਰਮੂਟੇਸ਼ਨ, ਕੰਬੀਨੇਸ਼ਨ, ਇਹ ਦੋ ਤਾਂ ਆਪਾਂ ਕਵਰ ਕਰਾਂਗੇ। ਤੇ ਨਾਲ ਕਲੌਕ ਕੈਲੰਡਰ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ, ਤੇ ਨਾਲ ਇਹਦੇ ਵਿੱਚ ਆਪਾਂ ਮੈਂਸੂਰੇਸ਼ਨ ਦੇ ਬੇਸਿਕਸ ਜਿਹੜੇ ਨੇ ਉਹ ਕਵਰ ਕਰਾਂਗੇ। ਠੀਕ ਹੈ, ਬਾਕੀ ਜਿਹੜੇ ਹੋਰ ਟੌਪਿਕਸ ਇਹਨਾਂ ਵਿੱਚੋਂ ਬਹੁਤ ਹੀ ਰੇਅਰ ਚਾਂਸ ਹੈ ਪੇਪਰ 'ਚ ਕੁਐਸਚਨ ਆਉਣ ਦੇ। ਮੇਨ ਜਿਹੜੇ ਤੁਹਾਨੂੰ ਦੱਸਿਆ ਮੈਂ, ਮੈਂਸੂਰੇਸ਼ਨ ਹੋ ਗਿਆ, ਪ੍ਰੋਬੇਬਿਲਿਟੀ ਹੋ ਗਿਆ, ਪਰਮੂਟੇਸ਼ਨ, ਕੰਬੀਨੇਸ਼ਨ ਹੋ ਗਿਆ, ਕਲੌਕ ਕੈਲੰਡਰ ਹੋ ਗਿਆ, ਇਹ ਸਭ ਦੇਖਾਂਗੇ ਆਪਾਂ। ਓਕੇ, ਸੋ ਆਈ ਹੋਪ ਹੁਣ ਤੱਕ ਤੁਹਾਡੇ ਜਿੰਨੇ ਵੀ ਡਾਊਟਸ ਹੈ ਸਾਰੇ ਕਲੀਅਰ ਹੋ ਗਏ ਹੋਣਗੇ ਕੋਰਸ ਨਾਲ ਰਿਲੇਟਿਡ।
ਸੋ ਤੁਸੀਂ ਇਹ ਕੋਰਸ ਬਾਰੇ ਡਿਟੇਲਸ ਲੈਣ ਦੇ ਲਈ WhatsApp ਕਰ ਸਕਦੇ ਹੋ 8054070091 ਦੇ ਫਿਰ 7889231990 ਦੇ ਉੱਪਰ ਜਾਂ ਫਿਰ ਤੁਸੀਂ ਈਮੇਲ ਵੀ ਕਰ ਸਕਦੇ ਹੋ mehnatibacche@gmail.com ਦੇ ਉੱਪਰ ਓਕੇ। ਸੋ ਇਹਦੇ ਜਿਹੜੇ ਚਾਰजेस ਹੈ ਬਹੁਤ ਜ਼ਿਆਦਾ ਨੋਮੀਨਲ ਰੱਖੇ ਗਏ ਨੇ ਤੇ ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਇਹ ਕੋਰਸ ਨਾਲ ਰਿਲੇਟਡ ਤਾਂ ਉਹਦੇ ਲਈ ਵੀ ਤੁਸੀਂ ਮੈਨੂੰ WhatsApp ਜਾਂ ਫਿਰ ਈਮੇਲ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੀ ਮਿਸ ਨਾ ਹੋਵੇ। ਹੈਵ ਅ ਨਾਈਸ ਡੇ।